रोजगार दिते जा रहे ने 25,000 नौकरियों के उत्ते हरा पैन चला दिता है। चंगी किस्मत के लोगों ने ऐकती रवायती पार्टियां नूं पूरी तरह हूंज के सुट्टा। एक नवा गुरु नानक देव आडिटोरीयम बनया गवर्नर साहब के कोल, बहुत आधुनिक बनाया गया। अज पहला समागम इस आडिटोरीयम दे विच रखा गया। पता कीता सी नौजवानों नूं रोजगार देना, इहदे लई जिहड़े सरकारी बोर्ड ने होर अदारे ने उन्हां विच ये नौकरियां दा प्रबंध किया जाएगा। खनन हुंदी है, माइनिंग कहंदे आ जिहनूं आपां, इहदे ते बजट इहदे ते कारपोरेशन बना दित्ती जावे। जां जिहड़े जिहड़े आमदन दे स्रोत ने ओह कित्थों आउणे ने। अद्धी दर्जन तो वध ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਮੰਤਰੀ ਸ਼ਾਮਲ ਨਹੀਂ। ਗੁਰਮੀਤ ਸਿੰਘ ਮੀਤ ਹੇਅਰ ਬਰਨਾਲੇ ਸਾਲ ਸੰਬੰਧਿਤ ਨੇ ਜੀ, ਤੇ ਇਹ ਤਿੰਨ ਜਿਹੜੇ ਨੇ ਮੰਤਰੀ, ਮੁੱਖ ਮੰਤਰੀ ਸਮੇਤ ਤੇ ਦੋ ਮੰਤਰੀ, 11 ਚੋਂ 3 ਕੱਲੇ ਸੰਗਰੂਰ ਨਾਲ ਸੰਬੰਧਿਤ ਨੇ ਕਿ ਉਹ ਮੋਹਾਲੀ ਵੀ ਰਹਿੰਦੇ ਨੇ ਤੇ ਸੰਗਰੂਰ ਵੀ ਰਹਿੰਦੇ ਨੇ। ਕਿਤੇ ਉਹਨਾਂ ਨੇ ਤਾਂ ਨਹੀਂ ਦੋ ਜ਼ਿਲ੍ਹਿਆਂ ਦੀ ਪ੍ਰਤੀਨਿਧਤਾ ਸਾਂਭ ਲਈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮੈਂ ਭ੍ਰਿਸ਼ਟਾਚਾਰ ਖਤਮ ਕੀਤਾ, ਉਸੇ ਤਰੀਕੇ ਦੇ ਨਾਲ ਭਗਵੰਤ ਮਾਨ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨਗੇ। ਦਿੱਲੀ ਦੇ ਵਿੱਚ ਨਾ ਤਾਂ ਪੁਲਿਸ ਕੇਜਰੀਵਾਲ ਸਾਹਿਬ ਦੇ ਅੰਡਰ ਹੈ, ਉਹ ਕੇਂਦਰੀ ਗ੍ਰਹਿ ਮੰਤਰਾਲਾ ਅਮਿਤ ਸ਼ਾਹ ਹੋਰਾਂ ਦੇ ਅਧੀਨ ਹੈ। ਨਾ ਉੱਥੋਂ ਦੇ ਜਿਹੜੇ 3 ਨਗਰ ਨਿਗਮਾਂ ਨੇ ਉਹ ਕੇਜਰੀਵਾਲ ਸਾਹਿਬ ਕੋਲ ਨੇ। ਪੰਜਾਬ ਆ ਪੂਰਾ ਰਾਜ ਜੀ, ਇੱਥੇ ਪੁਲਿਸ ਵੀ ਭਗਵੰਤ ਸਿੰਘ ਮਾਨ ਦੇ ਕੋਲ ਹੈ, ਬਾਕੀ ਸਾਰਾ ਕੁਝ ਵੀ ਕੋਲ ਹੈ। ਦਿੱਲੀ ਦੇ ਵਿੱਚ ਰਹਿੰਦੀ ਆ ਬਣ ਦੀ ਲੱਕੜੀ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਕਿ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੰਦੀਪ ਨੰਗਲ ਅੰਬੀਆਂ ਨੂੰ ਲੈ ਕੇ, ਜਿਸ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਕਿ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਅੱਜ ਜੋ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ 25,000 ਨੌਕਰੀਆਂ ਦੇਣ ਦੀ ਮਨਜ਼ੂਰੀ ਦੇ ਦਿੱਤੀ ਗਈ ਆ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿ ਅੱਜ ਕੈਬਨਿਟ ਮੀਟਿੰਗ ਹੋਈ ਆ ਤੇ ਇੱਕ ਅਹਿਮ ਫੈਸਲਾ ਜਿਹੜਾ ਲਿਆ ਗਿਆ, ਰੋਜ਼ਗਾਰ ਦਿੱਤੇ ਜਾ ਰਹੇ ਨੇ 25,000 ਨੌਕਰੀਆਂ ਦੇ ਉੱਤੇ ਹਰਾ ਪੈਨ ਚਲਾ ਦਿੱਤਾ ਗਿਆ ਜੀ। ਦੇਖੋ, ਆਮ ਆਦਮੀ ਪਾਰਟੀ ਦੇ ਵਿੱਚ ਖਾਸੇ ਸਮੇਂ ਤੋਂ ਚੱਲ ਰਿਹਾ ਸੀ ਕਿ ਉਹਨਾਂ ਨੂੰ ਸੱਤਾ ਪ੍ਰਾਪਤ ਹੋਵੇ। ਉਹ ਕਈ ਤਰੀਕਿਆਂ ਦੇ ਨਾਲ ਸੱਤਾ ਵਿੱਚ ਆਉਣਾ ਚਾਹੁੰਦੇ ਸਨ। ਚੰਗੀ ਕਿਸਮਤ ਕੇ ਲੋਕਾਂ ਨੇ ਐਕਤੀ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਹੂੰਝ ਕੇ ਸੁੱਟਤਾ ਜੀ। ਉਹਨਾਂ ਦੀ ਥਾਂ ਤੇ ਭਗਵੰਤ ਸਿੰਘ ਮਾਨ, ਜਿਨ੍ਹਾਂ ਨੇ 16 ਮਾਰਚ ਨੂੰ ਖਟਕੜ ਕਲਾਂ ਦੇ ਵਿੱਚ ਇਕੱਲਿਆਂ ਸਹੁੰ ਚੁੱਕੀ ਤੇ ਅੱਜ ਉਹਨਾਂ ਦੀ ਕੈਬਨਿਟ ਦੇ ਵਜ਼ੀਰਾਂ ਨੇ, ਜਿਨ੍ਹਾਂ ਦੀ ਗਿਣਤੀ 10 ਹੈ, ਉਹਨਾਂ ਨੇ ਸਹੁੰ ਚੁੱਕੀ। ਇੱਕ ਨਵਾਂ ਗੁਰੂ ਨਾਨਕ ਦੇਵ ਆਡੀਟੋਰੀਅਮ ਬਣਿਆ ਗਵਰਨਰ ਸਾਹਿਬ ਦੇ ਕੋਲ, ਬਹੁਤ ਆਧੁਨਿਕ ਬਣਾਇਆ ਗਿਆ। ਅੱਜ ਪਹਿਲਾ ਸਮਾਗਮ ਇਸ ਆਡੀਟੋਰੀਅਮ ਦੇ ਵਿੱਚ ਰੱਖਿਆ ਗਿਆ ਜੀ, ਜਿੱਥੇ ਨਵੀਂ ਸਰਕਾਰ ਦੇ ਮੰਤਰੀਆਂ ਨੇ ਸਹੁੰ ਚੱਕੀ ਹੈ। ਹੁਣ ਆਪਾਂ ਗੱਲ ਕਰੀਏ ਕਿ ਇਹ ਪਹਿਲੇ ਮੰਤਰੀ ਮੰਡਲ ਦੇ ਵਿੱਚ ਰਸਮੀ ਤੌਰ ਤੇ ਇੱਕ ਤਾਂ ਕਹਿਤਾ ਕਿ 25,000 ਸਰਕਾਰੀ ਨੌਕਰੀਆਂ ਲਈ ਪ੍ਰਕਿਰਿਆ ਸ਼ੁਰੂ ਕਰੋ। ਅਸੀਂ ਵਾਅਦਾ ਕੀਤਾ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਇਹਦੇ ਲਈ ਜਿਹੜੇ ਸਰਕਾਰੀ ਬੋਰਡ ਨੇ, ਹੋਰ ਅਦਾਰੇ ਨੇ, ਉਹਨਾਂ ਵਿੱਚ ਇਹ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਦੂਜਾ, ਉਹਨਾਂ ਨੇ ਜਿਹੜੀਆਂ ਪੂਰਕ ਗ੍ਰਾਂਟਾਂ ਸੀ ਜੀ, ਉਹਨਾਂ ਨੂੰ ਪ੍ਰਵਾਨਗੀ ਦੇਤੀ ਹੈ। ਇੱਕ ਜਦੋਂ ਤੱਕ ਪੂਰੀ ਸਰਕਾਰ ਹੋਂਦ ਵਿੱਚ ਨਾ ਆਵੇ, ਸਰਕਾਰ ਤਾਜ਼ੀ ਹੋਈ ਹੈ, ਵਿੱਤੀ ਵਰ੍ਹਾ ਖਤਮ ਹੋ ਰਿਹਾ 31 ਮਾਰਚ ਨੂੰ ਜੀ, ਉਹਨੂੰ ਕਹਿੰਦੇ ਆ ਕਿ ਅਕਾਊਂਟ ਲੈਣ ਵੋਟ ਆਨ ਅਕਾਊਂਟ ਲੈਣ ਦਾ ਫੈਸਲਾ, ਵੋਟਾਂ ਨੂੰ ਅਕਾਊਂਟ ਲੈਣ ਦਾ ਫੈਸਲਾ
ਭਾਵ ਕੰਮ ਚਲਾਊ ਬਜਟ ਜੀ ਉਹ ਇਹਨਾਂ ਨੇ ਲੈ ਲਿਆ। ਉਸ ਫੈਸਲੇ ਦੇ ਮੁਤਾਬਕ ਇਹ ਜ਼ਰੂਰੀ ਕੰਮਾਂ ਵਾਸਤੇ ਪਾਸ ਕਰ ਲੈਣਗੇ, ਲੇਕਿਨ ਸਰਕਾਰ ਨੇ ਕਿਹਾ ਕਿ ਸਰਕਾਰ ਦਾ ਜਿਹੜਾ ਅਸਲੀ ਬਜਟ ਸੈਸ਼ਨ ਹੈ ਉਹ ਜੂਨ ਦੇ ਮਹੀਨੇ ਵਿੱਚ ਆਵੇਗਾ। ਉਦੋਂ ਬਕਾਇਦਾ ਤੌਰ ਦੇ ਉੱਤੇ ਜਿਹੜਾ ਪੂਰਾ ਬਜਟ ਹੈ ਸਰਕਾਰ ਉਹ ਆਪਣਾ ਲੋਕਾਂ ਦੇ ਸਾਹਮਣੇ ਰੱਖੇਗੀ, ਜਿਹਦੇ ਵਿੱਚ ਦੱਸੇਗੀ ਕਿ ਕਿਹੜੀ ਚੀਜ਼ ਤੇ ਟੈਕਸ ਲਾਇਆ, ਕਿਹੜੀ ਤੇ ਨਹੀਂ ਲਾਇਆ, ਕਿਹੜੀ ਚੀਜ਼ ਜ਼ਿਆਦਾ ਹੈਗੀ ਹੈ, ਜਿਹੜੀਆਂ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦੇ 'ਚ ਇਹ ਵੀ ਦੱਸਣਗੇ ਕਿ ਫੰਡ ਆਵੇਗਾ ਕਿੱਥੋਂ। ਹੋ ਸਕਦਾ ਉਦੋਂ ਤੱਕ ਸ਼ਰਾਬ ਤੇ ਕਾਰਪੋਰੇਸ਼ਨ ਬਣਾ ਦੇਣ, ਹੋ ਸਕਦਾ ਉਦੋਂ ਤੱਕ ਜਿਹੜੀ ਖਨਨ ਹੁੰਦੀ ਆ, ਮਾਈਨਿੰਗ ਕਹਿੰਦੇ ਆ ਜਿਹਨੂੰ ਆਪਾਂ, ਇਹਦੇ ਤੇ ਬਜਟ ਇਹਦੇ ਤੇ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ, ਜਾਂ ਜਿਹੜੇ ਆਮਦਨ ਦੇ ਸਰੋਤ ਨੇ ਉਹ ਕਿੱਥੋਂ ਆਉਣੇ ਨੇ, ਖਰਚੇ ਤਾਂ ਖੜੇ ਨੇ ਬਿਲਕੁਲ ਜੀ, ਉਹ ਸਰੋਤ ਕਿੱਥੋਂ ਆਉਣੇ ਨੇ ਉਹਨਾਂ ਤੇ ਜਿਹੜਾ ਹੈਗਾ ਉਹ ਸਾਰਾ ਦੇਖਿਆ ਜਾਵੇਗਾ। ਸੋ ਅੱਜ ਪਹਿਲਾ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ, ਪਹਿਲੇ ਦੇ ਸਹੁੰ ਚੱਕੀ, ਤੇ ਉਹਦੇ ਵਿੱਚ ਇਹ ਫੈਸਲੇ ਕੁਝ ਇਹਨਾਂ ਨੇ ਲਏ ਨੇ। ਲੋਕਾਂ ਨੂੰ ਉਮੀਦ ਸੀ ਕਿ ਕੀ ਹੋਰ ਫੈਸਲੇ ਵੀ ਲੈਣਗੇ, ਪਰ ਹਾਲ ਦੀ ਘੜੀ ਇਹਨਾਂ ਨੇ ਇਹ ਜਿਹੜੇ ਫੈਸਲੇ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਆ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਕੈਬਨਿਟ ਮੰਤਰੀਆਂ ਦੀ ਤਾਂ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੈ। ਦੇਖੋ, ਸਭ ਤੋਂ ਵੱਧ ਗੱਫਾ ਤਾਂ ਇਹ 10 ਦੇ 11 ਦੇ ਵਿੱਚ ਭਗਵੰਤ ਸਿੰਘ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਨੂੰ ਮਿਲਿਆ ਜੀ। ਉਹ ਖੁਦ ਧੂਰੀ ਤੋਂ, ਹਰਪਾਲ ਸਿੰਘ ਚੀਮਾ ਦੜਵੇ ਤੋਂ 1 ਨੰਬਰ ਤੇ ਸਹੁੰ ਚੱਕੀ ਹੈ ਉਹਨਾਂ ਨੇ ਜੀ। 2 ਨੰਬਰ ਤੇ ਉਦੋਂ ਬਾਅਦ 6ਵੇਂ ਨੰਬਰ ਤੇ ਸਹੁੰ ਚੱਕਣ ਵਾਲੇ ਗੁਰਮੀਤ ਸਿੰਘ ਮੀਤ ਹੇਅਰ ਬਰਨਾਲੇ ਨਾਲ ਸੰਬੰਧਿਤ ਨੇ ਜੀ। ਤੇ ਇਹ 3 ਜਿਹੜੇ ਨੇ ਮੰਤਰੀ, ਮੁੱਖ ਮੰਤਰੀ ਸਮੇਤ, ਤੇ 2 ਮੰਤਰੀ, 11 ਚੋਂ 3 ਇਕੱਲੇ ਸੰਗਰੂਰ ਨਾਲ ਸੰਬੰਧਿਤ ਨੇ। ਤਾਂ ਇੱਕ ਮਾਨਸਾ ਨਾਲ ਸੰਬੰਧਿਤ ਹੈ ਜੀ, ਇੱਕ ਮਲੋਟ ਜ਼ਿਲ੍ਹਾ ਹੈਗਾ ਮੁਕਤਸਰ, ਉਹਦੇ ਨਾਲ ਸੰਬੰਧਿਤ ਹੈ। ਮਾਝੇ ਚੋਂ ਨੇ 4 ਤੇ ਦੁਆਬੇ ਚੋਂ 1 ਹੈ ਹੁਸ਼ਿਆਰਪੁਰ ਤੋਂ ਜੀ। ਦੁਆਬੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਲੰਧਰ ਤੋਂ ਕੋਈ ਨਹੀਂ, ਕਪੂਰਥਲੇ ਤੋਂ ਕੋਈ ਨਹੀਂ, ਫਤਿਹਗੜ੍ਹ ਸਾਹਿਬ ਤੋਂ ਕੋਈ ਨਹੀਂ, ਬਠਿੰਡੇ ਤੋਂ ਕੋਈ ਨਹੀਂ, ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਕੋਈ ਨਹੀਂ, ਮੋਹਾਲੀ ਤੋਂ ਕੋਈ ਨਹੀਂ, ਇੱਥੋਂ ਤੱਕ ਕਿ ਪੰਜਾਬ ਦਾ ਮਾਨਚੈਸਟਰ ਕਹਾਉਂਦਾ ਜੀ, ਲੁਧਿਆਣੇ ਤੋਂ ਵੀ ਕੋਈ ਨਹੀਂ। ਸੋ ਜਿਹੜੇ ਵੱਡੇ ਵੱਡੇ ਧਰੰਤਰਾਂ ਦੇ ਨਾਂ ਚੱਲਦੇ ਸੀ, ਖਾਸ ਕਰ ਵੀ ਵਿੱਤ ਮੰਤਰੀ ਤਾਂ ਅਮਨ ਅਰੋੜਾ ਨੂੰ ਬਣਾ ਹੀ ਦਿੱਤਾ ਗਿਆ ਹੈ। ਪ੍ਰੋਫੈਸਰ ਬਲਜਿੰਦਰ ਕੌਰ, ਸਰਬਜੀਤ ਕੌਰ ਮਾਨੂਕੇ, ਇਹ ਪੁਰਾਣੇ ਚਿਹਰੇ ਨੇ। ਪ੍ਰਿੰਸੀਪਲ ਬੁੱਧਰਾਮ ਦੀ ਥਾਂ ਤੇ ਜਿਹੜੇ ਨਵੇਂ ਬਣੇ ਨੇ ਡਾਕਟਰ ਵਿਜੇ ਸਿੰਗਲਾ, ਉਹ ਦੰਦਾਂ ਦੇ ਡਾਕਟਰ ਨੇ ਮਾਨਸਾ ਤੋਂ, ਉਹਨਾਂ ਨੂੰ ਬਣਾ ਦਿੱਤਾ ਗਿਆ। ਮਾਨਸਾ 'ਚ ਤਾਂ ਹੁਣ ਕੋਈ ਦੂਜਾ ਆਉਣਾ ਨਹੀਂ। ਜੈ ਕਿਸ਼ਨ ਅਰੋੜੀ ਜੀ, ਇਹ ਉਹ ਨਾਮ ਨੇ ਜਿਹੜੇ ਮਤਲਬ ਸੀ ਕਿ ਇਹਨਾਂ ਨੂੰ ਮੰਤਰੀ ਮੰਡਲ 'ਚ ਲਿਆ ਜਾ ਸਕਦਾ ਹੈ ਜੀ। ਅੱਗੇ ਜਿਹੜੀ ਪ੍ਰਤੀਨਿਧਤਾ ਫਰੀਦਕੋਟ ਨੂੰ ਮਿਲ ਗਈ ਹੈ। ਫਰੀਦਕੋਟ ਦੇ ਵਿੱਚ ਸਪੀਕਰ ਨੂੰ ਬਣਾ ਦਿੱਤਾ ਗਿਆ। ਫਰੀਦਕੋਟ ਇਸ ਦੇ ਵਿੱਚੋਂ ਬਾਹਰ ਨਿਕਲ ਗਿਆ। ਅੱਧੀ ਦਰਜਨ ਰਹਿ ਗਏ 6 ਜ਼ਿਲ੍ਹੇ ਜਿੱਥੋਂ ਕੋਈ ਵੀ ਮੰਤਰੀ ਨਹੀਂ ਬਣਿਆ। ਇਹਦੇ ਬਾਰੇ ਤਾਂ ਸਪਸ਼ਟ ਭਗਵੰਤ ਮਾਨ ਹੀ ਦੱਸ ਸਕਦੇ ਆ, ਕਿਤੇ ਇਹ ਤਾਂ ਨਹੀਂ ਅੱਧੀ ਤੇਰੀ ਮੈਂ ਮਲਾਜੇਦਾਰ ਆ, ਅੱਧੀਆਂ ਗਰੀਬ ਜੱਟ ਦੀ, ਕਿ ਉਹ ਮੋਹਾਲੀ ਵੀ ਰਹਿੰਦੇ ਨੇ ਤੇ ਸੰਗਰੂਰ ਵੀ ਰਹਿੰਦੇ ਨੇ, ਕਿਤੇ ਉਹਨਾਂ ਨੇ ਤਾਂ ਨਹੀਂ 2 ਜ਼ਿਲ੍ਹਿਆਂ ਦੀ ਪ੍ਰਤੀਨਿਧਤਾ ਸਾਂਭ ਲਈ। ਸੋ ਇਹ ਤਾਂ ਹੁਣ ਸਮਾਂ ਦੱਸੂਗਾ। ਲੇਕਿਨ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ ਸਾਹਿਬ ਕਹਿੰਦੇ ਨੇ ਕਿ ਇਹ ਜ਼ਿਲ੍ਹਿਆਂ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ, ਵੈਸੇ ਮਿਲਣੀ ਚਾਹੀਦੀ ਸੀ ਜੀ। ਅਜੇ ਪਹਿਲਾ ਗੇੜ ਆ ਮੰਤਰੀ ਮੰਡਲ ਦਾ, 11 ਹੋ ਗਏ ਨੇ, 7 ਹੋਰ ਬਣ ਸਕਦੇ ਨੇ। 12ਵਾਂ ਸਪੀਕਰ ਸਾਹਿਬ ਹੋ ਗਏ। ਇੱਕ ਕਹਿੰਦੇ ਮਨਜੀਤ ਸਿੰਘ ਬਲਾਸਪੁਰ ਨੇ, ਉਹਨਾਂ ਨੂੰ ਡਿਪਟੀ ਸਪੀਕਰ ਬਣਾਉਣਾ ਹੈ ਜੀ। 12 13 ਤੇ 7 ਹੋਰ ਬਣਨੇ ਨੇ ਜੀ। ਉਹ ਪਤਾ ਨਹੀਂ ਹੁਣ ਕਦੋਂ ਉਹਦੀ ਪਟਾਰੀ ਖੁੱਲੇਗੀ। ਜਿਹੜੇ ਬਹੁਤ ਕਾਲੇ ਸੀ, ਕਈਆਂ ਨੂੰ ਸ਼ਾਇਦ ਅੱਜ ਗੋਲੀ ਵੀ ਨੀਂਦ ਦੀ ਲੈ ਕੇ ਸੌਣਾ ਪਵੇ
ਤਾਂ ਉਹਨਾਂ ਨੂੰ ਆਸਾਂ ਸੀ ਵੀ ਸਾਡਾ ਤਾਂ ਕਿਧਰੇ ਨਹੀਂ ਗਿਆ। ਖਾਸ ਕਰ ਜਿਹੜੇ ਬੰਦੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਵੰਡ ਹੁੰਦੀ ਹੈ, ਲਗਭਗ ਅੱਧਿਆਂ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਚਲੇ ਜਾਂਦੇ ਨੇ, ਬਾਕੀ ਇੱਥੇ ਰਹਿ ਜਾਂਦੇ। ਅਜੇ ਡਟ ਕੇ ਖੜੇ ਸੀ ਇਹਨਾਂ ਦੇ ਨਾਲ। ਇਹ ਪਤਾ ਨਹੀਂ ਹੁਣ ਅੱਗੇ ਉਹਨਾਂ ਤੋਂ ਕਿਹੜੀ ਜ਼ਿੰਮੇਵਾਰੀ ਦੇਣੀ ਹੈ, ਇਹ ਤਾਂ ਸਮਾਂ ਦੱਸੇਗਾ। ਜੀ ਢਿੱਲੋਂ ਜੀ, ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚੋਂ ਮੈਂ ਭ੍ਰਿਸ਼ਟਾਚਾਰ ਖਤਮ ਕੀਤਾ, ਉਸੇ ਤਰੀਕੇ ਦੇ ਨਾਲ ਭਗਵੰਤ ਮਾਨ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਸਫਾਇਆ ਕਰਨਗੇ। ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਤੇ ਦਿੱਲੀ ਦਾ ਮੁਕਾਬਲਾ ਹੋਰ ਤਰੀਕੇ ਨਾਲ ਕਰਦੇ ਆ। ਦਿੱਲੀ ਦੇ ਵਿੱਚ ਨਾ ਤਾਂ ਪੁਲਿਸ ਕੇਜਰੀਵਾਲ ਸਾਹਿਬ ਦੇ ਅੰਡਰ ਹੈ, ਉਹ ਕੇਂਦਰੀ ਗ੍ਰਹਿ ਮੰਤਰਾਲਾ ਅਮਿਤ ਸ਼ਾਹ ਹੋਰਾਂ ਦੇ ਅਧੀਨ ਹੈ। ਨਾ ਉੱਥੋਂ ਦੇ ਜਿਹੜੇ 3 ਨਗਰ ਨਿਗਮਾਂ ਨੇ ਉਹ ਕੇਜਰੀਵਾਲ ਸਾਹਿਬ ਕੋਲ ਨੇ। ਪੂਰਾ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਕੇਂਦਰ ਸਰਕਾਰ ਨੇ ਬਹੁਤ ਸਾਰੇ ਅਧਿਕਾਰ ਕੇਜਰੀਵਾਲ ਸਾਹਿਬ ਦੇ ਕੱਟ ਕੇ ਉਹ ਜਿਹੜੇ ਇਹਨਾਂ ਦੇ ਲੈਫਟੀਨੈਂਟ ਗਵਰਨਰ ਨੇ ਅਨਿਲ ਬੈਜਲ, ਉਹਨਾਂ ਦੇ ਕੋਲ ਹੈ। ਭਾਵ ਉੱਥੇ ਤਾਂ ਸਰਕਾਰ ਇੱਕ ਕਾਰਪੋਰੇਸ਼ਨ ਵਰਗੀ ਹੈ। ਪੰਜਾਬ ਆ ਪੂਰਾ ਰਾਜ ਜੀ, ਇੱਥੇ ਪੁਲਿਸ ਵੀ ਭਗਵੰਤ ਸਿੰਘ ਮਾਨ ਦੇ ਕੋਲ ਹੈ, ਬਾਕੀ ਸਾਰਾ ਕੁਝ ਵੀ ਕੋਲ ਹੈ। ਦਿੱਲੀ ਦੇ ਵਿੱਚ ਰਹਿੰਦੀ ਆ ਬਣ ਦੀ ਲੱਕੜੀ, ਇੱਥੇ ਸਥਿਤੀ ਹੋਰ ਹੈ। ਜੀ ਬਿਲਕੁਲ। ਇੱਥੇ ਲੋਕਾਂ ਨੇ ਜਿਹੜਾ ਤੁਹਾਨੂੰ ਫਤਵਾ ਦਿੱਤਾ ਹੈ, ਉਹ ਜਿਹੜੀਆਂ 2-3 ਰਵਾਇਤੀ ਪਾਰਟੀਆਂ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦੇ ਕਾਰਨ ਦਿੱਤਾ ਹੈ। ਇੱਥੇ ਪੁਲਿਸ ਵੀ ਕੋਲ ਹੈ। ਬਿਲਕੁਲ। ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਕਾਬੂ ਕਰਨਾ ਸਭ ਤੋਂ ਔਖਾ ਕੰਮ ਹੈ ਜੀ, ਉਹ ਬਹੁਤ ਮੁਸ਼ਕਲ ਵਾਲਾ ਭਰਿਆ ਕੰਮ ਹੈ। ਦੂਜਾ, ਇੱਥੋਂ ਦੇ ਲੋਕਾਂ ਦੇ ਖੂਨ ਮੂੰਹ ਲੱਗਿਆ ਵਾ, ਉਹ ਹੋਰ ਪਾਸੇ ਵੱਲ ਹੈ ਜੀ। ਇੱਥੇ ਬਹੁਤ ਹੀ ਸਤਿਕਾਰ ਦੇ ਨਾਲ ਗਾਂਧੀ ਜੀ ਦੀ ਸੇਵਾ ਹੁੰਦੀ ਹੈ। ਜੇ ਗਾਂਧੀ ਜੀ ਦਾਨ ਵਜੋਂ ਜਾਣਗੇ ਤਾਂ ਫਾਈਲ ਇੱਕ ਟੇਬਲ ਤੋਂ ਦੂਜੇ ਟੇਬਲ ਵੱਲ ਤੁਰਦੀ ਹੈ। ਬਿਲਕੁਲ ਜੀ। ਕੰਮ ਬਹੁਤ ਔਖਾ ਹੈ, ਪਰ ਇਹ ਵੀ ਨਹੀਂ ਹੈ ਕਿ ਹੋ ਨਹੀਂ ਸਕਦਾ। ਇਰਾਦਾ ਦ੍ਰਿੜ ਚਾਹੀਦਾ, ਨੀਅਤ ਨੇਕ ਚਾਹੀਦੀ ਹੈ। ਜੇ ਇਹਨਾਂ ਨੇ ਆਬਜੈਕਸ਼ਨਾਂ ਦੇ ਆਬਜੈਕਸ਼ਨ ਹੀ ਲਾਤੇ, ਮੈਂ ਕਈ ਦਿਨਾਂ ਤੋਂ ਕਹਿ ਰਿਹਾ ਵੀ ਭਗਵੰਤ ਸਿੰਘ ਜੀ ਸਮਾਂ ਵੱਧ ਕਰਾ ਦਿਓ ਕਿ ਜੇ ਕੋਈ ਵਿਅਕਤੀ ਇਨਸਾਫ ਬਾਤ ਤੇ ਕੋਈ ਦਰਖਾਸਤ ਦੇਣ ਜਾਂਦਾ ਹੈ ਤਾਂ ਉਹਦਾ ਨਿਪਟਾਰਾ ਕਿੰਨੇ ਦੇਰ 'ਚ ਕਰਨਾ ਹੈ। ਇੱਕ ਇਹ ਵੀ ਤਰੀਕਾ ਬੰਦ ਕਰ ਦਿਓ ਕਿ ਜੇ ਮੁੱਖ ਮੰਤਰੀ, ਡੀਜੀਪੀ, ਆਈਜੀ ਨੂੰ ਕੋਈ ਬੰਦਾ ਕਿਸੇ ਪੁਲਿਸ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਦਿੰਦਾ ਹੈ, ਉਹ ਘੁੰਮ ਘਮਾ ਕੇ ਉੱਥੇ ਹੀ ਆ ਜਾਂਦੀ ਹੈ ਉਹਦੇ ਕੋਲ ਹੀ। ਉਹ ਬੁਲਾ ਕੇ ਬੰਦੇ ਨੂੰ ਨਾਲੇ ਜਲੀਲ ਕਰਦਾ ਹੈ, ਨਾਲੇ ਕਹਿੰਦਾ ਲੈ ਕਰ ਲਿਆ ਤੂੰ ਮੇਰਾ ਕਰਨਾ ਸੀ, ਹੁਣ ਮੇਰੇ ਕੋਲੇ ਹੈ, ਮੈਂ ਉਹੀ ਕੁਛ ਲਿਖੂੰ ਜੋ ਮੈਂ ਚਾਹੁੰਦਾ। ਜੀ ਜੀ ਢਿੱਲੋਂ ਜੀ, ਸ਼੍ਰੋਮਣੀ ਅਕਾਲੀ ਦਿੱਲੀ ਸਟੇਟ ਨਵਾਂ ਅਕਾਲੀ ਦਲ ਬਣਿਆ। ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ, ਇਹਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ। ਜਿਹੜੇ ਇਹਨੂੰ ਸਮਝਦੇ ਸੀ ਕਿ ਸਾਰੇ ਮੇਰੇ ਨੇ, ਉਹ ਸਾਰੇ ਛੱਡ ਕੇ ਪਾਸੇ ਤੁਰਦੇ ਗਏ। ਮੈਨੂੰ ਯਾਦ ਹੈ ਕਿ ਇੱਕ ਪੰਜਾਬੀ ਫਿਲਮ ਹੋਈ ਸੀ ਜਿਉਣਾ ਮੋੜ, ਉਹਦੇ ਵਿੱਚ ਕਿਸੇ ਵੇਲੇ ਜਿਹੜਾ ਡੋਗਰ ਸੀ ਤੇ ਇਹਦਾ ਜਿਹੜਾ ਭਰਾ ਸੀਗਾ ਕਿਸ਼ਨਾ, ਜਿਉਣੇ ਮੋੜ ਦਾ ਇਸ ਪੱਗ-ਬੱਟ ਭਰਾ ਸੀ ਜੀ। ਜਦੋਂ ਉਹਦੀ ਚੜ੍ਹਾਈ ਸੀ ਬਹੁਤ ਵੱਡਾ ਸੀ ਤਾਂ ਕਈ ਝੋਲੀ ਚੱਕ ਮੇਰੇ ਵਰਗੇ ਸਭ ਉਹਦੇ ਨਾਲ ਲੱਗੇ ਹੋਏ ਸੀ। ਜਦੋਂ ਜਿਉਣੇ ਨੇ ਇੱਕ ਇੱਕ ਕਰਕੇ ਰਾੜਨਾ ਚਾਹਿਆ ਤਾਂ ਜਿਹੜਾ ਸਭ ਤੋਂ ਨੇੜੇ ਕਹਾਉਂਦਾ ਸੀ ਉਹ ਵੀ ਕਹਿੰਦਾ ਚੰਗਾ ਬਾਈ ਤੇਰੇ ਨਾਲ ਰਹਿਣਾ ਤਾਂ ਬਹੁਤ ਔਖਾ, ਯਾਰ ਤਾਂ ਚੱਲੇ। ਸੋ ਹੁਣ ਇਹ ਸਥਿਤੀ ਇਸ ਕਿਸਮ ਦੀ ਹੈ ਵੀ ਯਾਰ ਤਾਂ ਚੱਲੇ, ਸਖਤੀ ਨਾਲ ਕੰਮ ਕਰਨਾ ਪੈਣਾ ਹੈ। ਜੇ ਸਖਤੀ ਨਾਲ ਕੰਮ ਕਰਾਂਗੇ ਤੇ ਉਹਦੇ ਨਤੀਜੇ ਵੀ ਨਿਕਲਣੇ ਸ਼ੁਰੂ ਹੋ ਜਾਣਗੇ। ਜੇ ਬਨੇਰੇ ਸਾਹਿਬ ਨੇ ਕਿਸੇ ਦੀ ਤਾਕਤ ਨਹੀਂ ਕਿ ਵਿਹੜਿਆਂ ਦੇ ਵਿੱਚ ਗੰਦ ਪਾ ਦੇ ਜੀ, ਜੇ ਦਿਲਾਂ ਦੇ ਵਿੱਚ ਸਾਫ਼ ਹੈ ਕਿ ਅਸੀਂ ਕੰਮ ਕਰਨਾ ਹੈ ਤੇ ਕੋਈ
ਉਸ ਤਰ੍ਹਾਂ ਦਾ ਕੰਮ ਕਰ ਨਹੀਂ ਸਕਦਾ। ਜੀ, ਪਰ ਕੰਮ ਔਖਾ ਹੈ। ਉਮੀਦ ਹੈ ਕਿ ਤੁਸੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਧੀ ਤੋਂ ਸਹੁੰ ਚੱਕੀ ਹੈ ਤੇ ਉਹ ਫਿਰ ਉਹਦੀ ਸਹੁੰ ਦੀ ਲਾਜ ਰੱਖਿਓ। ਜੀ, ਉਹ ਲਾਜ ਰੱਖ ਕੇ ਹੀ ਲੋਕਾਂ ਦੀਆਂ ਜ਼ਮੀਰਾਂ ਵੀ ਜਗਾਉਣੀਆਂ ਪੈਣਗੀਆਂ। ਜਿਵੇਂ ਐਕਤੀ ਵੋਟਾਂ ਪਾਉਣ ਵੇਲੇ ਜਾਗ ਪਈਆਂ, ਕਿਸੇ ਦੀ ਪਰਵਾਹ ਨਹੀਂ ਕੀਤੀ ਕਿਸੇ ਨੇ, ਔਰ ਜ਼ੋਰ ਸ਼ੋਰ ਦੇ ਨਾਲ ਸਾਰੇ ਪਾਸੇ ਝਾੜੂ ਫੇਰਿਆ ਤੇ ਹੁਣ ਫਰਜ਼ ਸਰਕਾਰ ਦਾ ਬਣਦਾ ਹੈ ਕਿ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਹੜੀਆਂ ਜੰਗਾਲ ਲੱਗੀ ਵੀ ਹੈ, ਇਹਨਾਂ ਦੇ ਜਿਹੜੇ ਲਾਲ ਫੀਤਾ ਸ਼ਾਹ ਨੇ ਉਹ ਵੀ ਬਹੁਤ ਵੱਡੀ ਪੱਧਰ ਤੇ ਜੰਗਾਲੇ ਹੋਏ ਨੇ। ਉਹਨਾਂ ਨੂੰ ਮਸ਼ੀਨ ਦਾ ਤੇਲ ਤੂਲ ਦੇ ਕੇ, ਕੋਈ ਉਹਨਾਂ ਦੇ ਜਿਹੜੇ ਗਿੱਟਿਆਂ ਦੀ ਗੋਡਿਆਂ ਦੀ ਗਰੀਸ ਮੁੱਕੀ ਵੀ ਆ ਨਾ, ਉਹਨੂੰ ਫਿਰ ਭਗਵੰਤ ਸਿੰਘ ਜੀ ਕੋਈ ਚੰਗੀਆਂ ਜਿਹੀਆਂ ਫੌੜੀਆਂ ਦੇ ਕੇ ਤੁਰਦੇ ਕਰਿਓ। ਜੀ, ਸ਼ਾਹ ਵੱਲੋਂ ਗਵਾਂਢੀ ਮੁਲਕਾਂ ਨਾਲ ਵਪਾਰਕ ਤੇ ਸੱਭਿਆਚਾਰਕ ਸੰਬੰਧ ਬਣਾਉਣ ਦੀ ਵਕਾਲਤ ਕੀਤੀ ਹੈ। ਇਹ ਅਸੀਂ ਕਦੋਂ ਦੇ ਰੌਲਾ ਪਾ ਰਹੇ ਹਾਂ ਜੀ, ਕਦੋਂ ਦੇ ਕੂਕਦੇ ਆ ਰਹੇ ਹਾਂ, ਬਿਲਕੁਲ ਕਦੋਂ ਦੇ ਹੋਕੇ ਦਿੰਦੇ ਆ ਰਹੇ ਹਾਂ ਕਿ ਗੁਆਂਢੀ ਮੁਲਕਾਂ ਨਾਲ ਸੰਬੰਧ ਸੁਧਾਰੋ। ਹਰ ਵਾਰ ਗੁਆਂਢੀ ਮੁਲਕਾਂ ਦੇ ਨਾਲ ਸੂਹਣ ਖੜੀ ਰੱਖਣੀ ਕੋਈ ਚੰਗੀ ਗੱਲ ਨਹੀਂ। ਕੋਈ ਵੀ ਮਸਲੇ ਦਾ ਨਿਬੇੜਾ ਉਹ ਗੱਲਬਾਤ ਦੇ ਮੇਜ਼ ਤੇ ਆ ਕੇ ਨਿਮੁਗਲਦਾ ਹੈ ਤੇ ਅਸੀਂ ਕਿਉਂ ਨਹੀਂ ਉਹ ਚੀਜ਼ ਨੂੰ ਅਪਣਾਉਂਦੇ। ਜੀ, ਉਹਨਾਂ ਨੇ ਕਿਹਾ ਕਿ ਸੱਭਿਆਚਾਰ ਤੇ ਦੂਜਾ ਅਸੀਂ ਗੁਆਂਢੀ ਮੁਲਕਾਂ ਨਾਲ ਕਰਨ ਨੂੰ ਤਿਆਰ ਹਾਂ। ਇਹ ਵੱਧ ਕਿਹਨੇ ਕੀਤਾ ਸੀ? ਜੇ 1971 ਦੀ ਲੜਾਈ ਤੋਂ ਬਾਅਦ ਹੁਸੈਨੀ ਵਾਲਾ ਖੇਤਰ ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ, ਉਹ ਵੀ ਤਾਂ ਇੱਧਰ ਲੈ ਕੇ ਆਪਾਂ ਉਹਨਾਂ ਬਦਲੇ ਜ਼ਮੀਨ ਦਿੱਤੀ ਸੀ ਨਾ। ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਉਹ ਵੀ ਤਾਂ ਇੱਕ ਸਮਝੌਤਾ ਹੋਇਆ ਹੈ। ਜਿਹੜੀ ਸਮਝੌਤਾ ਐਕਸਪ੍ਰੈਸ ਜਾਂਦੀ ਸੀ ਉਹ ਤੁਸੀਂ ਬੰਦ ਕਰ ਲਈ। ਇੱਕ ਦੋਸਤੀ ਦੀ ਬੱਸ ਲਾਹੌਰ ਤੋਂ ਦਿੱਲੀ, ਦਿੱਲੀ ਤੋਂ ਲਾਹੌਰ ਰੋਜ਼ਾਨਾ ਜਾਂਦੀ ਸੀ, ਉਹ ਵੀ ਤੁਸੀਂ ਬੰਦ ਕਰ ਲਈ। ਜੇ ਤੁਸੀਂ ਇਹ ਸਾਰਾ ਕੁਝ ਕਰੋਗੇ, ਇਸ ਖੇਤਰ ਦੇ ਵਿੱਚ ਵਪਾਰ ਵੱਧਦਾ ਹੈ, ਤਾਂ ਰੀਨਾ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਥੇ ਰੁਜ਼ਗਾਰ ਵੀ ਵਧੇਗਾ, ਕਾਰੋਬਾਰ ਵੀ ਵਧੇਗਾ। ਸੋ ਸ਼ਾਹ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹਨੂੰ ਅਮਲੀ ਜਾਮਾ ਪਹਿਨਾ ਦਿਓ, ਜਿਹਦੇ ਨਾਲ ਇਹ ਜਿਹੜੀਆਂ ਸਾਡੀਆਂ ਹੱਦਾਂ ਤੇ ਠਾਠੂ ਹੁੰਦੀ ਹੈ, ਇਹਨੂੰ ਬੰਦ ਕਰੋ। ਇਹਨੂੰ ਬੰਦ ਕਰਨ ਦੀ ਥਾਂ ਤੇ ਬਹੁਤ ਸਾਰੀਆਂ ਵਸਤਾਂ ਸਾਡੇ ਕੋਲ ਨੇ ਜਿਹੜੀਆਂ ਪਾਕਿਸਤਾਨ ਵਿਦੇਸ਼ਾਂ 'ਚੋਂ ਮੰਗਾਉਂਦਾ, ਬਹੁਤ ਮਹਿੰਗੇ ਭਾਅ 'ਤੇ ਮਿਲਦੀਆਂ ਨੇ। ਬਹੁਤ ਸਾਰੀਆਂ ਉਹਨਾਂ ਕੋਲ ਪੈਦਾ ਹੁੰਦੀਆਂ ਨੇ, ਖਾਸ ਕਰ ਜਿਹੜਾ ਡਰਾਈ ਫਰੂਟ ਹੈ, ਉਹ ਚੀਜ਼ਾਂ ਸਾਡੇ ਮਹਿੰਗੀਆਂ ਨੇ। ਤੇ ਜੇ ਦੁਪੱਲਾ ਵਪਾਰ ਅਸੀਂ ਆਪਸ ਵਿੱਚ ਦੀ ਕਰ ਲਈਏ, ਸਮਝੌਤਾ ਐਕਸਪ੍ਰੈਸ ਵਰਗੀ ਟ੍ਰੇਨ ਦੁਬਾਰਾ ਚੱਲ ਪਵੇ, ਰੇਲ ਗੱਡੀ, ਤਾਂ ਸਾਡੇ ਜਿਹੜੇ ਕੁਲੀ ਗਰੀਬ ਲੋਕ ਕਾਰੋਬਾਰ ਵੀ ਛੱਡ ਗਏ, ਉਹਨਾਂ ਦੇ ਕਾਰੋਬਾਰ ਦੁਬਾਰਾ ਚੱਲ ਸਕਦੇ ਆ। ਇਸ ਕਰਕੇ ਤੁਸੀਂ ਜਿਹੜਾ ਇਹ ਕੰਮ ਕੀਤਾ, ਮੈਂ ਇਹਦਾ ਸਵਾਗਤ ਕਰਦਾ, ਪਰ ਇਹਦੀ ਥਾਂ ਦੇ ਉੱਤੇ ਤੁਸੀਂ ਵਪਾਰ ਚਲਾਉਣ ਵਾਲਾ ਕੰਮ ਵੀ ਵਿੱਢੋ। ਜੀ, ਢਿੱਲੋਂ ਜੀ, ਗੱਲ ਕਰਾਂਗੇ ਕਬੱਡੀ ਦੇ ਚੋਟੀ ਦੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ, ਜਿਨ੍ਹਾਂ ਦਾ ਕਿ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਮਾਮਲੇ 'ਚ ਹੁਣ ਜਿਹੜੇ 4 ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਨਾ ਜੀ ਸਤਿੰਦਰ ਸਿੰਘ ਨੇ ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਜੀ, ਉਹਨਾਂ ਨੇ ਕਿਹਾ ਕਿ ਜਿਹੜਾ 14 ਤਰੀਕ ਨੂੰ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ, ਇਹਦੇ ਵਿੱਚ ਜਿਹੜੀ ਪਛਾਣ ਹੋਈ ਆ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਗੁਰੂਗ੍ਰਾਮ ਦੇ ਨਾਰਪੁਰ ਰੂਪਾ ਦੇ ਕੌਸ਼ਲ ਚੌਧਰੀ, ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾ ਦੇ ਅਮਿਤ ਡਾਗਰ, ਇੱਕ ਕੋਈ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਪਿੰਡ ਮਾਧੋਪੁਰ ਪੀਲੀਭੀਤ ਯੂਪੀ ਨਾਲ ਸੰਬੰਧਿਤ ਹੈ। ਇਹ ਕਹਿੰਦੇ 20 ਤੋਂ ਵੱਧ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਤੇ ਹਿਸਟਰੀ ਸੀਟਰ ਨੇ। ਇਹਨਾਂ ਨੂੰ ਜੇਲ੍ਹਾਂ ਤੋਂ ਪ੍ਰੋਡਕਸ਼ਨ ਤੇ ਲਿਆਂਦਾ ਗਿਆ ਸੀ।
ਉਹਨਾਂ ਨੇ ਕਿਹਾ 3 ਮੁੱਖ ਸਾਜ਼ਿਸ਼ਕਾਰ ਵੀ ਨੇ ਇਹ 'ਚ, ਜਿਹਦੀ ਪਛਾਣ ਸਨੇਵਰ ਢਿੱਲੋਂ ਵਜੋਂ ਕੀਤੀ ਗਈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਅੱਜ ਕੱਲ੍ਹ ਬਰੈਂਪਟਨ ਓਟਾਰੀਓ ਕੈਨੇਡਾ ਦੇ ਵਿੱਚ ਰਹਿੰਦਾ ਹੈ। ਸੋ ਕੈਨੇਡਾ 7 ਕਬੱਡੀ 7 ਟੀਵੀ ਦੇ ਰੇਡੀਓ ਸ਼ੋਅ ਨਿਰਮਾਤਾ ਤੇ ਨਿਰਦੇਸ਼ਕ ਹੈ। ਪਿੰਡ ਦੁੰਨੇ ਕੇ ਮੋਗਾ ਦਾ ਰਹਿਣ ਵਾਲਾ ਹੈ। ਪਿਛਲੇ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੁਖਵਿੰਦਰ ਸਿੰਘ ਉਰਫ ਸੁੱਖਾ, ਦੁੰਨੇ ਕੇ ਉਰਫ ਸੁੱਖਾ, ਜਗਦੀਸ਼ ਸਿੰਘ ਉਰਫ ਗਾਂਧੀ ਵਾਸੀ ਡੇਲੋਂ ਤੇ ਅੱਜ ਕੱਲ੍ਹ ਮਲੇਸ਼ੀਆ ਦੇ ਵਿੱਚ ਰਹਿੰਦਾ ਹੈ। ਇਹ ਸਾਰਾ ਉਹਨਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਨੂੰ ਪ੍ਰੋਡਕਸ਼ਨ ਬ੍ਰਾਂਡ 'ਤੇ ਲਿਆਂਦਾ। ਪੁੱਛਗਿੱਛ ਦੌਰਾਨ ਇਹਨਾਂ ਨੇ ਖੁਲਾਸਾ ਕੀਤਾ ਕਿ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ontario ਬਣਾਈ ਸੀ ਅਤੇ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਹ ਜਿਹੜਾ ਖਿਡਾਰੀ ਹੈ ਕਹਿੰਦੇ ਇਹਦੇ ਕੋਲੋਂ ਲਿਜਾਏ ਜਾ ਰਹੇ ਮੇਜਰ ਕਬੱਡੀ ਲੀਗ ਨਾਲ ਜੁੜੇ ਹੋਏ ਸਨ, ਜੋ ਸਨਾਵਰ ਦੀ ਫੈਡਰੇਸ਼ਨ ਨੂੰ ਅਸਫਲ ਕਰਾਰ ਦਿੰਦੇ ਹੋਏ ਉਹਨੇ ਸਵੀਕਾਰ ਕਰਦੇ ਗਏ ਕੁਝ ਖਿਡਾਰੀਆਂ 'ਤੇ ਇਹ ਜਿਹੜਾ ਸਨੋਵਰਜ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਹਦੇ ਕਰਕੇ ਇਹਦਾ ਕਤਲ ਕੀਤਾ। ਉਹ ਕਹਿੰਦੇ ਅਸੀਂ ਕੁਝ ਸਮੇਂ ਦੇ ਵਿੱਚ ਹੀ ਇਹਨੂੰ ਫੜ ਲਿਆ। ਇਹ ਜਿਹੜਾ ਸਰਵਣ ਸਿੰਘ ਹੈ, ਪ੍ਰੀਤਮ ਇਨਕਲਾਬ ਵਿਖੇ ਰਹਿੰਦਾ ਅੰਮ੍ਰਿਤਸਰ ਦੇ, ਇਹਦੇ ਘਰੋਂ 18 ਜਿੰਦਾ ਕਾਰਤੂਸ ਤੇ ਇੱਕ 12 ਬੋਰ ਦੀ ਰਾਈਫਲ ਬਰਾਮਦ ਕੀਤੀ ਹੈ। ਪਰ ਜਿਹੜੇ ਮੌਕਾ ਵਾਰਦਾਤ ਤੇ ਹਥਿਆਰ ਵਰਤੇ ਸੀ ਉਹ ਤਾਂ ਪਿਸਟਲ ਤੇ ਰਿਵਾਲਵਰ ਸੀ। ਜੀ ਢਿੱਲੋਂ ਜੀ, ਗੱਲ ਕਰਾਂਗੇ ਮਮਤਾ ਬੈਨਰਜੀ ਨੂੰ ਲੈ ਕੇ। ਮਮਤਾ ਬੈਨਰਜੀ ਦਾ ਜੋ ਬਿਆਨ ਸਾਹਮਣੇ ਆਇਆ ਕਿ 25 ਕਰੋੜ ਮੈਗਾ ਸਸ ਦੀ ਪੇਸ਼ਕਸ਼ ਹੋਈ ਹੈ, ਇਹ ਪੁਰਾਣੀ ਗੱਲ ਹੈ ਰੀਨਾ ਜੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਪੇਸ਼ਕਸ਼ ਕੀਤੀ ਗਈ ਸੀ। ਉਹ ਕਹਿੰਦੇ ਵੀ ਕਰਨਾ ਕੀ ਹੈ ਅਸੀਂ, ਉਹ ਕਹਿੰਦੇ ਵੀ ਤੁਸੀਂ ਇਹਦੇ ਰਾਹੀਂ ਕਿਸੇ ਦੀ ਵੀ ਜਾਸੂਸੀ ਕਰ ਸਕਦੇ ਹੋ। ਤਾਂ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਬਿਲਕੁਲ, ਤੇ ਸਾਡੀ ਪੁਲਿਸ ਨੇ ਇਹਨੂੰ ਠੁਕਰਾਤਾ ਸੀ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਇਹ ਜੰਤਰ, ਇਹ ਸੌਫਟਵੇਅਰ ਖਰੀਦ ਕੇ ਅਸੀਂ ਕਿਸੇ ਦੀ ਨਿੱਜਤਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਾਂਗੇ ਜੀ। ਸੋ ਇਹ ਸਵਾਲ ਉਠਾਉਣ ਤੋਂ ਬਾਅਦ ਜਿਹੜਾ ਜਾਂਚ ਚੱਲ ਰਹੀ ਹੈ ਸੁਪਰੀਮ ਕੋਰਟ ਦੀ ਅਗਵਾਈ ਦੇ ਵਿੱਚ, ਉਹਨੂੰ ਹੋਰ ਬਲ ਮਿਲੇਗਾ ਕਿ ਕਿਵੇਂ ਇਹ ਕੜਮ ਚੌਧਰੀ ਹੇਠਲੇ ਪੱਧਰ ਤੇ ਵੀ ਇਹ ਸੌਫਟਵੇਅਰ ਵੇਚਣ ਵਾਸਤੇ ਜਾਂਦੇ ਸੀ। ਜੀ ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਰੀਨਾ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ, ਸਲਾਮ ਦੋਸਤੋ, ਮੈਂ ਤੁਹਾਡਾ ਕਮਲ ਖਾਨ। ਮੇਰੇ ਵੱਡੇ ਵੀਰ ਮਾਨਕ ਅਲੀ ਹੋਣਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਗਾਣੇ ਦਾ ਨਾਮ ਹੈਗਾ ਜੀ ਜਾਨ ਮੇਰੀ। ਸਾਰੇ ਜਣੇ ਜ਼ਰੂਰ ਸੁਣੋ, ਸ਼ੇਅਰ ਕਰੋ, ਸਪੋਰਟ ਕਰੋ। ਬਹੁਤ ਹੀ ਸੋਹਣਾ ਗਾਣਾ, ਬਹੁਤ ਹੀ ਪਿਆਰਾ ਗਾਣਾ ਵੀਰ ਹੋਣਾ ਨੇ। ਸੋ ਇਸ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਡਾਕ ਤੇ D5 ਨੂੰ ਬਹੁਤ ਬਹੁਤ ਮੁਬਾਰਕਾਂ। ਵਿੱਚ ਬੰਜਲੀ ਦੇ ਹੈ ਤਾਨ ਤੇਰੀ, ਇਹ ਤਾਨ ਤੇਰੀ ਹੈ ਜਾਨ ਮੇਰੀ। ਵਿੱਚ ਬੰਜਲੀ